ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਨਿਊਰੋ ਸਾਈਕੈਟ੍ਰਿਕ ਹਸਪੀਟਲ ਐਂਡ ANR ਸੈਂਟਰ ਫॉर ਓਪੀਏਟ ਡੀ ਐਡਿਕਸ਼ਨ, ਜੋ ਕਿ 309 ਨਿਊ ਜਵਾਹਰ ਨਗਰ ਨੇੜੇ ਗੁਰੂ ਅਮਰਦਾਸ ਚੌਂਕ ਜਲੰਧਰ ਵਿਖੇ ਹੈ। ਇਹ ਹਸਪੀਟਲ NABH ਐਕ੍ਰੈਡਿਟਡ ਹੈ। ਸਾਡੀ ਟੀਮ ਨੇ ਡਾਕਟਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ। ਡਾਕਟਰ ਸਰਬਜੀਤ ਸਿੰਘ ਨਸ਼ੇ ਦੇ ਰੋਗੀਆਂ ਦੇ ਲਈ ਇੱਕ ਵਰਦਾਨ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਆ ਕੇ ਇਹਨਾਂ ਦੇ ਕੋਲੋਂ ਇਲਾਜ ਕਰਵਾ ਕੇ ਇੱਕ ਸੁਖੀ ਜੀਵਨ ਜੀ ਰਹੇ ਨੇ। ਡਾਕਟਰ ਸਰਬਜੀਤ ਸਿੰਘ ਜੀ ਬੇहद ਤਜਰਬੇਕਾਰ ਨੇ ਔਰ ਇਹਨਾਂ ਨੂੰ ਕਾਫੀ ਲੰਬੇ ਸਮੇਂ ਦਾ ਤਜਰਬਾ ਹੈ। ਆਓ ਕਰਦੇ ਹਾਂ ਗੱਲਬਾਤ ਡਾਕਟਰ ਸਰਬਜੀਤ ਸਿੰਘ ਜੀ ਦੇ ਨਾਲ। ਅਸੀਂ ਦੇਖਦੇ ਹਾਂ ਕਿ ਅੱਜ ਮੇਰਾ ਸਡਨਲੀ ਲੱਖਾਂ ਦਾ ਨੁਕਸਾਨ ਹੋ ਗਿਆ, ਕੋਈ ਅੱਗ ਲੱਗ ਗਈ ਜਾਂ ਕੁਝ ਹੋ ਗਿਆ ਜਾਂ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਜਾਂ ਘਰ 'ਚ ਕੋਈ ਐਸੀ ਚੀਜ਼ ਹੋ ਗਈ, ਉਸ ਦੇ ਨਾਲ ਸਾਨੂੰ ਡਿਪਰੈਸ਼ਨ ਦੀ ਫੀਲਿੰਗ ਆ ਜਾਂਦੀ ਹੈ। ਉਹ ਕਾਰਨ ਕਰਕੇ ਹੋਈ ਹੈ, ਇਸ ਨੂੰ ਅਸੀਂ ਰਿਐਕਟਿਵ ਡਿਪਰੈਸ਼ਨ ਕਹਿੰਦੇ ਹਾਂ। ਇੱਕ ਡਿਪਰੈਸ਼ਨ 40 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਹੁੰਦੀ ਹੈ, ਉਸ ਨੂੰ ਅਸੀਂ ਐਂਡੋਜਨਸ ਡਿਪਰੈਸ਼ਨ ਕਹਿੰਦੇ ਹਾਂ ਜਾਂ ਮੈਨਿਕ ਡਿਪਰੈਸਿਵ ਸਾਈਕੋਸਿਸ ਡਿਪਰੈਸ਼ਨ ਕਹਿੰਦੇ ਹਾਂ। ਇਸ ਦੇ ਵਿੱਚ ਕੀ ਹੁੰਦਾ ਹੈ, ਆਦਮੀ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ, ਨੀਂਦ ਨਹੀਂ ਆਉਂਦੀ, ਬੋਲਦਾ ਨਹੀਂ ਹੈ ਔਰ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਮਨ ਉਦਾਸ ਹੈ, ਕੰਮ ਕਰਨ ਨੂੰ ਦਿਲ ਨਹੀਂ, ਬੋਲਣ ਚਾਲਣ ਨੂੰ ਦਿਲ ਨਹੀਂ, ਭੁੱਖ ਨਹੀਂ ਲੱਗਦੀ, ਕਿਸੇ ਨਾਲ ਮੇਲ ਜੋਲ ਕਰਨ ਨੂੰ ਦਿਲ ਨਹੀਂ ਕਰਦਾ, ਉਹ ਰੋਂਦਾ ਰਹਿੰਦਾ ਹੈ ਔਰ ਹਰ ਵਕਤ ਕਹਿੰਦਾ ਹੈ ਮੇਰਾ ਮਨ ਬੁੱਝਿਆ ਹੋਇਆ ਹੈ, ਮੈਨੂੰ ਉੱਠਣ ਨੂੰ ਦਿਲ ਨਹੀਂ ਕਰਦਾ, ਮੇਰੀ ਸਵੇਰੇ ਤਬੀਅਤ ਬਹੁਤ ਖਰਾਬ ਹੁੰਦੀ ਹੈ, ਮੇਰਾ ਮੰਜੇ ਤੋਂ ਉੱਠਣ ਨੂੰ ਹੀ ਦਿਲ ਨਹੀਂ ਕਰਦਾ ਔਰ ਉਹ ਹਰ ਵਕਤ ਰੋਂਦਾ ਰੋਂਦਾ ਇਹ ਕਹਿੰਦਾ ਹੈ ਕਿ ਮੈਂ ਪਤਾ ਨਹੀਂ ਪਿਛਲੇ ਭੈੜੇ ਕਰਮਾਂ ਦਾ ਭੋਗ ਰਿਹਾ ਹਾਂ ਜਾਂ ਮੈਨੂੰ ਕੀ ਹੈ, ਮੈਂ ਤਾਂ ਮਰ ਜਾਣਾ, ਇਸ ਤੋਂ ਇਲਾਵਾ ਮੇਰੀ ਕੋਈ ਜ਼ਿੰਦਗੀ ਨਹੀਂ, ਮੇਰੇ ਬੱਚੇ, ਮੇਰੇ ਘਰ-ਬਾਰ ਤੁਸੀਂ ਸਾਹਮਣਾ, ਮੈਂ ਕੁਝ ਨਹੀਂ ਕਰ ਸਕਦਾ। ਇਸ ਦੀ ਰਿਵਰਸ ਸਾਈਡ ਹੁੰਦੀ ਹੈ ਐਕਸਾਈਟਮੈਂਟ, ਜਿਹਦੇ 'ਚ ਅਸੀਂ ਮੇਨੀਆ ਕਹਿੰਦੇ ਹਾਂ। ਉਹਦੇ 'ਚ ਆਦਮੀ ਬਹੁਤ ਖੁਸ਼ ਰਹਿੰਦਾ ਹੈ, ਇੱਕ ਗੱਲ ਨੂੰ 10-10 ਵਾਰੀ ਕਰਦਾ ਔਰ ਇਸ ਤਰ੍ਹਾਂ ਕਰਦਾ ਇੱਕ ਗੱਲ ਦਾ ਦੂਸਰੀ ਗੱਲ ਨਾਲ ਲਿੰਕ ਹੀ ਨਹੀਂ ਰਹਿੰਦਾ। ਇਸ ਨੂੰ ਅਸੀਂ ਫਲਾਈਟ ਆਫ ਆਈਡੀਆਜ਼ ਕਹਿੰਦੇ ਹਾਂ। ਔਰ ਉਹਦੇ ਬਾਅਦ ਉਹ ਆਪਣੇ ਆਪ ਨੂੰ ਖੁਸ਼ ਰੱਖ ਕੇ ਜੇ 5 ਰੁਪਏ ਵੀ ਜੇਬ ਵਿੱਚ ਉਹ ਲੱਖਾਂ ਦਾ ਵਪਾਰ ਕਰਨਾ ਚਾਹੁੰਦਾ, ਕਿਉਂਕਿ ਉਸ ਵਕਤ ਉਹ ਆਪਣੇ ਆਪ ਨੂੰ ਵੱਡਾ ਆਦਮੀ ਸਮਝਦਾ ਹੈ। ਇਹਨਾਂ ਦੋਨਾਂ ਚੀਜ਼ਾਂ ਵਿੱਚ, ਮੇਨੀਆ ਵਿੱਚ ਜਾਂ ਡਿਪਰੈਸ਼ਨ ਵਿੱਚ, ਨੀਂਦ ਬਹੁਤ ਘੱਟ ਆਉਂਦੀ ਹੈ। ਉਸ ਨੀਂਦ ਨੂੰ ਕਵਰ ਕਰਨ ਲਈ ਅਸੀਂ ਨਸ਼ਿਆਂ ਦੇ ਆਦੀ ਹੋ ਜਾਂਦੇ ਹਾਂ, ਜਿਸ ਤਰ੍ਹਾਂ ਸ਼ਰਾਬ, ਸਮੈਕ, ਅਫੀਮ ਆਦਿ ਲੈਣਾ ਸ਼ੁਰੂ ਕਰ ਦਿੰਦੇ ਹਾਂ। ਉਸ ਦੇ ਨਾਲ ਸਾਡਾ ਸਰੀਰ ਤਾਂ ਚੱਲਣ ਲੱਗ ਪੈਂਦਾ ਹੈ ਪਰ ਮਨ ਬੁੱਝਿਆ ਹੀ ਰਹਿੰਦਾ ਹੈ। ਇਹ ਇੱਕ ਕਿਸਮ ਦਾ ਨਸ਼ੇ ਉਸ ਦੇ ਉੱਤੇ ਇੱਕ ਪਰਦੇ ਦਾ ਕੰਮ ਕਰਦੇ ਹਨ, ਜਿਸ ਦੇ ਨਾਲ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਠੀਕ ਹਾਂ। ਪਰ ਜਦੋਂ ਇੱਕ ਦਿਨ ਵੀ ਨਸ਼ਾ ਟੁੱਟਦਾ ਹੈ, ਮਨ ਵਿੱਚ ਉਸੇ ਤਰ੍ਹਾਂ ਉਦਾਸੀ, ਘਬਰਾਹਟ, ਬੇਚੈਨੀ ਔਰ ਉਸੇ ਤਰ੍ਹਾਂ ਹੀ ਤੇਜ਼ੀ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਨਸ਼ੇ ਕੀ ਹਨ? ਅਗਰ ਅਸੀਂ ਇੱਕ ਚੀਜ਼ ਨੂੰ ਰੈਗੂਲਰਲੀ ਵਰਤਦੇ ਹਾਂ ਔਰ ਉਸ ਦੀ ਮਿਕਦਾਰ ਵਧਾਉਂਦੇ ਜਾਂਦੇ ਹਾਂ, ਉਸ ਨੂੰ ਅਸੀਂ ਦੇਖਦੇ ਹਾਂ ਕਿ ਅੱਜ ਇੰਨੀ ਚੀਜ਼ ਨੇ ਮੈਨੂੰ ਨਸ਼ਾ ਨਹੀਂ ਦਿੱਤਾ, ਉਸ ਨੂੰ ਰੋਜ਼ ਅਸੀਂ ਵਧਾਉਂਦੇ ਜਾਂਦੇ ਹਾਂ, ਉਹ ਅਸੀਂ ਟੋਲਰੈਂਸ ਪੈਦਾ ਕਰ ਲੈਂਦੇ ਹਾਂ ਆਪਣੇ ਸਰੀਰ ਵਿੱਚ ਔਰ ਡਿਪੈਂਡੈਂਟ ਹੋ ਜਾਂਦੇ ਹਾਂ। ਇਸ ਨੂੰ ਅਸੀਂ ਨਸ਼ਾ ਕਹਿੰਦੇ ਹਾਂ। ਨਸ਼ੇ ਆਮ ਤੌਰ 'ਤੇ ਕਿਹੜੀ ਚੀਜ਼ ਦੇ ਹਨ? ਆਮ ਤੌਰ 'ਤੇ ਅਸੀਂ ਦੇਖਿਆ ਸ਼ਰਾਬ ਦਾ ਨਸ਼ਾ, ਅਫੀਮ ਦਾ ਨਸ਼ਾ। ਅਫੀਮ ਤੋਂ ਬਾਅਦ ਲੋਕੀ ਸਮੈਕ ਪੀਣਾ ਸ਼ੁਰੂ ਕਰ ਦਿੰਦੇ ਹਨ ਔਰ ਸਮੈਕ ਦਾ ਨਸ਼ਾ ਸਭ ਤੋਂ ਮਾੜਾ ਹੈ। ਲੋਕੀ ਨਸ਼ਾ ਕਿਉਂ ਸ਼ੁਰੂ ਕਰਦੇ ਹਨ? ਇੱਕ ਉਹਨਾਂ ਨੂੰ ਇੱਛਾ ਹੁੰਦੀ ਹੈ, ਜਿਸ ਨੂੰ ਅਸੀਂ ਕਿਉਰਿਓਸਿਟੀ ਕਹਿੰਦੇ ਹਾਂ ਕਿ ਇਸ ਦੇ ਵਿੱਚ ਕੀ ਹੈ। ਦੂਸਰਾ ਉਹਨਾਂ ਦੀ ਸੰਗਤ, ਉਹ ਕੰਪਨੀ ਦੇ ਵਿੱਚ ਜਾਂਦੇ ਹਨ, ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਦੇਖੋ, ਅਤੇ ਉਹਨਾਂ ਦੇ ਵਿੱਚ ਇੱਛਾ ਹੋ ਜਾਂਦੀ ਹੈ ਕਿ ਅਸੀਂ ਇਹ ਦੇਖੀਏ। ਇੱਕ ਆਪਣੇ ਆਪ ਨੂੰ ਵੱਡਾ ਸਮਝਣਾ, ਹਾਈ ਸਮਝਣਾ ਕਿ ਮੈਂ ਵੀ ਇਹ ਚੀਜ਼ ਕਰ ਸਕਦਾ। ਕਈ ਵਾਰੀ ਕਈਆਂ ਨੂੰ ਸਾਈਕੋਲੋਜੀਕਲ ਔਰ ਫਿਜ਼ੀਕਲ ਪ੍ਰੋਬਲਮਸ ਹੁੰਦੀਆਂ, ਉਸ ਨੂੰ ਓਵਰਕਮ ਕਰਨ ਲਈ ਉਹ ਨਸ਼ਾ ਸ਼ੁਰੂ ਕਰ ਦਿੰਦੇ ਹਨ। ਕਈ ਬੰਦੇ ਐਕਸਪੋਜ਼ ਕਰਨਾ ਚਾਹੁੰਦੇ ਆ ਕਿ ਮੈਂ ਵੱਡੇ ਗਰੁੱਪ ਵਿੱਚ ਮੂਵ ਕਰ ਸਕਦਾ, ਇਸ ਗਰੁੱਪ ਵਿੱਚ ਮੂਵ ਕਰ ਸਕਦਾ ਔਰ ਇਸ ਲਈ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਔਰ ਕਈ ਆਪਣੇ ਆਪ ਨੂੰ ਸਮਝਦੇ ਆ ਕਿ ਮੈਂ ਸੈਕਸ਼ੂਅਲ ਪਰਫਾਰਮੈਂਸ ਠੀਕ ਨਹੀਂ ਕਰ ਸਕਦਾ ਅਤੇ ਉਸ ਦੇ ਲਈ ਨਸ਼ਾ ਸ਼ੁਰੂ ਕਰ ਦਿੰਦੇ ਹਨ। ਅਸੀਂ ਨਸ਼ਾ ਕਿਉਂ ਚਾਲੂ ਰੱਖਦੇ ਹਾਂ? ਇਸ ਲਈ ਅਸੀਂ ਚਾਲੂ ਰੱਖਦੇ ਹਾਂ, ਸਾਡਾ ਸਰੀਰ ਉਸ 'ਤੇ ਨਿਰਭਰ ਹੋ ਜਾਂਦਾ ਹੈ, ਸਾਡੀ ਸਾਈਕੋਲੋਜੀਕਲ ਡਿਪੈਂਡੈਂਸ ਹੋ ਜਾਂਦੀ ਹੈ, ਸਾਡੇ ਮਨ ਵਿੱਚ ਇੱਛਾ ਹੁੰਦੀ ਹੈ ਅੱਜ ਨਸ਼ਾ ਨਹੀਂ ਕੀਤਾ, ਕਰੀਏ। ਉਸ ਤੋਂ ਬਾਅਦ ਕੰਪਨੀ, ਜਿਹੜੀ ਕਿ ਸੰਗਤ, ਭੈੜੀ ਸੰਗਤ ਕਹਿ ਲਓ, ਉਹ ਰੋਜ਼ ਕਹਿ ਦਿੰਦੀ ਹੈ ਆਓ ਨਸ਼ਾ ਕਰੀਏ। ਅਸੀਂ ਆਪਣੇ ਆਪ ਨੂੰ ਯੂਫੋਰੀਆ, ਜਿਸ ਨੂੰ ਫੀਲ ਗੁੱਡ ਕਹਿੰਦੇ ਹਾਂ, ਉਹ ਲੈਣ ਲਈ ਅਸੀਂ ਨਸ਼ਾ ਸ਼ੁਰੂ ਕਰ ਦਿੰਦੇ, ਚਾਲੂ ਰੱਖਦੇ ਹਾਂ। ਟੂ ਓਵਰਕਮ ਇਨਹਿਬਿਸ਼ਨ, ਅਸੀਂ ਕਿੱਥੇ ਜਾਣਾ ਹੋਵੇ ਜਿੱਥੇ ਸਾਨੂੰ ਡਰ ਲੱਗਦਾ ਹੋਵੇ, ਉਹੋ ਜਿਹੀ ਇਨਹਿਬਿਸ਼ਨਸ ਨੂੰ ਅਸੀਂ ਓਵਰਕਮ ਕਰਨ ਲਈ ਨਸ਼ਾ ਲੈ ਲੈਂਦੇ ਹਾਂ। ਟੂ ਇੰਜੋਏ ਸੈਕਸ ਆਲਸੋ ਸਰਟਨ ਪੀਪਲ ਟੇਕ ਬਿਕੋਜ਼ ਦੇ ਵਾਂਟ ਟੂ ਇੰਜੋਏ ਸੈਕਸ, ਦੇ ਸੇ ਕਿ ਆਫਟਰ ਟੇਕਿੰਗ ਐਡਿਕਸ਼ਨ ਵੀ ਕੈਨ ਡੂ ਬੈਟਰ। ਆਮ ਤੌਰ 'ਤੇ ਨਸ਼ੇ ਕਿਹੜੇ ਵਰਤੇ ਜਾਂਦੇ ਹਨ? ਸਭ ਤੋਂ ਪਹਿਲੇ ਸ਼ਰਾਬ, ਉਸ ਤੋਂ ਬਾਅਦ ਅਫੀਮ ਜਾਂ ਉਸ ਦੀ ਕੋਈ ਕਿਸਮ, ਚਰਸ, ਤੰਬਾਕੂ ਔਰ ਇਨਹੈਲੈਂਟਸ ਹੁੰਦੇ ਹਨ। ਅਫੀਮ ਦੇ ਵਿੱਚ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਅਫੀਮ ਤੋਂ ਇਲਾਵਾ ਪੋਸਟ ਵਰਤੀ ਜਾਂਦੀ ਹੈ, ਸਮੈਕ ਵਰਤੀ ਜਾਂਦੀ ਹੈ, ਕੈਪਸੂਲ ਪ੍ਰੋਕਸੀਵਨ, ਸਿਰਫ ਫੈਂਸੀਡਿਲ
ਔਰ ਮੋਰਫਿਨ ਔਰ ਨੋਰਫਿਨ ਦੇ ਟੀਕੇ ਵਰਤੇ ਜਾਂਦੇ ਹਨ। ਕਈ ਲੋਕ ਲੋਮੋਟਿਲ ਦੀਆਂ ਗੋਲੀਆਂ ਵੀ ਖਾਂਦੇ ਹਨ ਔਰ ਕਾਫੀ ਮਿਕਦਾਰ ਵਿੱਚ ਖਾਂਦੇ ਹਨ, ਉਸ ਦੇ ਵਿੱਚ ਵੀ ਅਫੀਮ ਦਾ ਸੱਤ ਹੁੰਦਾ ਹੈ। ਨਸ਼ਿਆਂ ਦੇ ਭੈੜੇ ਅਸਰ ਕੀ ਹੁੰਦੇ ਹਨ? ਜਿਸ ਤਰ੍ਹਾਂ ਕਿ ਅਸੀਂ ਦੇਖੀਏ, ਅਲਕੋਹਲ ਦੇ ਨਾਲ ਸਰੀਰ 'ਤੇ ਅਸਰ ਇਹ ਹੁੰਦਾ ਹੈ ਜਿਸ ਤਰ੍ਹਾਂ ਜਿਗਰ ਦਾ ਫੇਲ ਹੋਣਾ, ਯਾਦਾਸ਼ਤ ਦਾ ਕਮ ਹੁੰਦਾ ਜਾਣਾ, ਨਰਵਸ ਦੀ ਡੈਮੇਜ ਹੁੰਦਾ ਜਾਣਾ, ਜਿਸ ਤਰ੍ਹਾਂ ਹੱਥ ਪੈਰ ਸੁੰਨ ਹੁੰਦੇ ਜਾਣਗੇ, ਨਰਵਸ ਹੌਲੀ ਹੌਲੀ ਡੈਮੇਜ ਹੁੰਦੀਆਂ ਜਾਣਗੀਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਅਫੀਮ ਔਰ ਸਮੈਕ ਨਾਲ, ਇਸ ਤਰ੍ਹਾਂ ਦੇ ਨਸ਼ਿਆਂ ਨਾਲ ਆਮ ਤੌਰ 'ਤੇ ਛਾਤੀ ਦਾ ਰੁਕ ਜਾਣਾ, ਇੰਜੈਕਸ਼ਨ ਜਿਹੜੇ ਲਗਾਉਂਦੇ ਹਨ ਉੱਥੇ ਐਪਸੈਸ ਹੋ ਜਾਂਦੇ ਹਨ, HIV ਏਡਸ ਹੋਣ ਦਾ ਖਤਰਾ ਰਹਿੰਦਾ ਹੈ ਔਰ ਥ੍ਰੋਮਬੋਫਲਾਈਟਿਸ ਵੇਨਸ ਦਾ ਹੋ ਜਾਂਦਾ ਹੈ। ਜਿੱਥੇ ਵੇਨ ਵਿੱਚ ਨਸ਼ਾ ਟੀਕਾ ਲਗਾਉਂਦੇ ਆ ਉਹ ਸੁੱਜ ਜਾਂਦੀ ਹੈ ਔਰ ਉਹ ਬੰਦ ਹੋ ਜਾਂਦੀ ਹੈ, ਉੱਥੇ ਸੋਜ ਪੈ ਜਾਂਦੀ ਹੈ, ਉਸ ਨੂੰ ਥ੍ਰੋਮਬੋਫਲਾਈਟਿਸ ਕਹਿੰਦੇ ਹਾਂ। ਕੈਪਸੂਲਾਂ ਦੇ ਨਾਲ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ, ਪੇਟ 'ਚ ਅਲਸਰ ਹੋ ਜਾਂਦੇ ਹਨ ਔਰ ਕਈ ਵਾਰੀ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਹੋਰ ਤਰ੍ਹਾਂ ਦੇ ਭੈੜੇ ਅਸਰ ਅਸੀਂ ਦੇਖਦੇ ਹਾਂ, ਜਿਸ ਤਰ੍ਹਾਂ ਸਾਈਕੋਲੋਜੀਕਲ ਕਹਿੰਦੇ ਹਾਂ। ਫੈਮਿਲੀ ਲਾਈਫ 'ਤੇ ਕੀ ਅਸਰ ਹੁੰਦਾ ਹੈ? ਉਹਨਾਂ ਦੀ ਫੈਮਿਲੀ ਲਾਈਫ ਵਿੱਚ ਮਾਲ ਐਡਜਸਟਮੈਂਟ ਸ਼ੁਰੂ ਹੋ ਜਾਂਦੀ ਹੈ, ਆਪਸ ਵਿੱਚ ਨਹੀਂ ਬਣਦੀ ਔਰ ਘਰੇਲੂ ਝਗੜੇ ਰੋਜ਼ ਰਹਿੰਦੇ ਹਨ। ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇਸ ਤਰ੍ਹਾਂ ਹੁੰਦੀ ਜਾਂਦੀ ਹੈ, ਰੋਜ਼ ਉਹਨਾਂ ਨੇ ਨਸ਼ਿਆਂ 'ਤੇ ਪੈਸੇ ਲਾ ਦੇਣੇ ਹਨ ਔਰ ਉਹਨਾਂ ਦੇ ਫਾਈਨੈਂਸ਼ੀਅਲ ਡੈਫੀਸ਼ੀਐਂਸੀ ਚਲਦੀਆਂ ਜਾਣਗੀਆਂ। ਉਹਨਾਂ ਦਾ ਬਹੁਤਾ ਖਰਚਾ ਨਸ਼ਿਆਂ 'ਤੇ ਜਾਏਗਾ ਰਾਦਰ ਦੈਨ ਕਿ ਘਰ ਦੇ ਖਰਚਿਆਂ 'ਤੇ ਜਾਵੇ। ਸੋਸ਼ਲੀ ਉਹਨਾਂ ਨੂੰ ਭੈੜਾ ਗਿਣਿਆ ਜਾਂਦਾ ਹੈ। ਕਿਉਂ ਭੈੜਾ ਗਿਣਿਆ ਜਾਂਦਾ ਹੈ? ਇਸ ਲਈ ਭੈੜਾ ਗਿਣਿਆ ਜਾਂਦਾ ਹੈ, ਜਦੋਂ ਵੀ ਕੋਈ ਬੱਚਾ ਨਸ਼ਾ ਲੈਂਦਾ ਗਲੀ 'ਚੋਂ ਲੰਘੇਗਾ, ਉਸ ਦੇ ਪਿਓ ਦਾ ਨਾਂ ਲੈ ਕੇ, ਉਸ ਦਾ ਬੇਟਾ ਨਸ਼ਾ ਕਰਦਾ, ਉਸ ਕੋਲੋਂ ਬਚ ਕੇ ਰਹੋ, ਤੁਹਾਨੂੰ ਨਸ਼ਾ ਨਾ ਲੱਗ ਜਾਵੇ। ਵਰਕ ਦੇ ਵਿੱਚ, ਕੰਮ ਦੇ ਵਿੱਚ ਉਹ ਇਨਐਫੀਸ਼ੀਐਂਟ ਹੁੰਦੇ ਜਾਂਦੇ ਹਨ ਔਰ ਦੇ ਆਰ ਨਾਟ ਏਬਲ ਟੂ ਕਨਸਨਟਰੇਟ। ਉਹ ਆਪਣੀ ਪੂਰੀ ਤਾਕਤ ਔਰ ਮਨੋ ਬਲ ਨਹੀਂ ਲਗਾ ਸਕਦੇ ਤਾਂ ਕਿ ਉਹ ਪੂਰਾ ਕੰਮ ਕਰ ਸਕਣ। ਅਗਰ ਅਸੀਂ ਦੇਖੀਏ, ਇੱਕ ਪਾਸੇ ਸਿਹਤ ਵਿਗੜਦੀ ਜਾਂਦੀ ਹੈ, ਇੱਕ ਪਾਸੇ ਕੰਮ ਦੀ ਹਾਲਤ ਵਿਗੜਦੀ ਜਾਂਦੀ ਹੈ, ਇੱਕ ਪਾਸੇ ਫਾਈਨੈਂਸ਼ੀਅਲ ਸਟੇਟਸ ਵਿਗੜਦਾ ਜਾਂਦਾ ਹੈ, ਫੈਮਿਲੀ ਲਾਈਫ ਵਿਗੜਦੀ ਜਾਂਦੀ ਹੈ, ਸੋਸ਼ਲ ਲਾਈਫ ਵਿਗੜਦੀ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਹੋਰ ਕੀ ਐਕਸਪੈਕਟ ਕਰਾਂਗੇ ਕਿ ਨਸ਼ਿਆਂ ਨਾਲ ਕੀ ਹੋ ਰਿਹਾ ਹੈ? ਅੱਜ ਕੱਲ੍ਹ ਨਸ਼ਿਆਂ ਦੇ ਇਲਾਜ ਵਿੱਚ ਕਾਫੀ ਵਿਧੀਆਂ ਨਵੀਆਂ ਆ ਗਈਆਂ ਹਨ। ਅਸੀਂ ਦੇਖਣ ਲੱਗੀਏ ਤਾਂ ਪਿਛਲੇ ਇਲਾਜਾਂ ਅਤੇ ਅੱਜ ਦੇ ਇਲਾਜ ਵਿੱਚ ਬਹੁਤ ਫਰਕ ਪੈ ਗਿਆ ਹੈ। ਪਿੱਛੇ ਇਹ ਕੀਤਾ ਜਾਂਦਾ ਸੀ ਕਿ ਜਿਹੜਾ ਵੀ ਨਸ਼ਾ ਕਰਦਾ ਉਸ ਨੂੰ ਘਰੋਂ ਵੱਖਰਾ ਕਰ ਦਿਓ, ਉਸ ਨੂੰ ਹਸਪਤਾਲ ਦਾਖਲ ਕਰਾ ਦਿਓ ਕੁਛ ਦਿਨ, ਔਰ ਉਸ ਨੂੰ ਨਸ਼ਿਆਂ ਦੀ ਜਦੋਂ ਤੋੜ ਹੁੰਦੀ ਸੀ, ਉਸ ਦੇ ਨਸ਼ਿਆਂ ਦੀ ਤੋੜ ਮੁਤਾਬਕ ਉਸ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਜਿਸ ਤਰ੍ਹਾਂ ਕਿ ਕਿਸੇ ਨੂੰ ਪੇਟ ਦਰਦ ਹੋਈ, ਪੇਟ ਦਰਦ ਦੀ ਦਵਾਈ ਦੇ ਦਿੱਤੀ, ਕਿਸੇ ਨੂੰ ਉਲਟੀਆਂ ਲੱਗੀਆਂ, ਉਲਟੀਆਂ ਦੀ ਦਵਾਈਆਂ ਦੇ ਦਿੱਤੀਆਂ, ਕਿਸੇ ਨੂੰ ਕੋਈ ਜਿਗਰ ਦੀ ਫੇਲਰ ਦੀ ਤਕਲੀਫ ਹੋਈ, ਉਸ ਨੂੰ ਉਸ ਦੀਆਂ ਦਵਾਈਆਂ ਦੇ ਦਿੱਤੀਆਂ। ਉਹਦੇ ਬਾਅਦ ਅਫੀਮ ਦੇ ਨਸ਼ਿਆਂ ਦੀ ਜਦੋਂ ਤੋੜ ਲੱਗਦੀ ਸੀ, ਉਹਨੂੰ ਵੀ ਇਸ ਤਰ੍ਹਾਂ ਹੀ ਅਫੀਮ ਦੇ ਨਸ਼ਿਆਂ ਦੀ ਤੋੜ ਨੂੰ ਪੂਰਾ ਕਰਨ ਲਈ ਪੇਨ ਕਿਲਰਸ ਦਿੱਤੇ ਜਾਂਦੇ ਸਨ। ਅਗਰ ਟੱਟੀਆਂ ਲੱਗ ਗਈਆਂ ਤਾਂ ਉਹਦੀ ਦਵਾਈ ਦਿੱਤੀ ਜਾਂਦੀ ਸੀ। ਅਗਰ ਉਸ ਨੂੰ ਨਿੱਛਾਂ ਆ ਰਹੀਆਂ ਜਾਂ ਠੰਡ ਲੱਗ ਰਹੀ ਹੈ, ਫਿਰ ਉਸ ਦੀ ਦਵਾਈ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਉਹਨਾਂ ਨੂੰ ਨੀਂਦ ਨਾ ਆਉਣੀ ਤੇ ਨੀਂਦ ਆਉਣ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਬਾਅਦ ਬਾਹਰ ਮੈਥਾਡੋਨ ਕਲੀਨਿਕ ਚਾਲੂ ਹੋਏ। ਮੈਥਾਡੋਨ ਇੱਕ ਲੌਂਗ ਐਕਟਿੰਗ ਓਪੀਏਟ ਹੈ, ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਜਿਸ ਦਾ ਅਸਰ ਅਗਰ ਇੱਕ ਵਾਰੀ ਅਸੀਂ ਲੈ ਲਈਏ 24 ਤੋਂ 36 ਘੰਟੇ ਰਹਿੰਦਾ ਹੈ। ਉਹ ਉਸ ਅਫੀਮ ਨੂੰ ਜਿਹੜੀ ਕਿ ਅਸੀਂ 3-4 ਵਾਰੀ ਦਿਨ ਵਿੱਚ ਲੈਂਦੇ ਸਨ, ਉਸ ਦੇ ਨਾਲ ਮੈਥਾਡੋਨ ਨਾਲ ਰਿਪਲੇਸ ਕਰ ਦਿੰਦੇ ਸਨ ਔਰ ਮੈਥਾਡੋਨ ਹੌਲੀ ਹੌਲੀ ਘਟਾਉਂਦੇ ਜਾਂਦੇ ਸਨ। ਪਰ ਕਈ ਬੱਚੇ ਜਾਂ ਕਈ ਆਦਮੀ ਇਸ ਮੈਥਾਡੋਨ ਨੂੰ ਨਹੀਂ ਛੱਡ ਸਕਦੇ ਸਨ ਔਰ ਮੈਥਾਡੋਨ 'ਤੇ ਡਿਪੈਂਡੈਂਟ ਹੋ ਜਾਂਦੇ ਸਨ, ਨਹੀਂ ਤਾਂ ਉਹ ਵਾਪਸ ਉਹਨਾਂ ਹੀ ਨਸ਼ਿਆਂ ਵਿੱਚ ਚਲੇ ਜਾਂਦੇ ਸਨ। ਕਈ ਲੋਕੀ ਬਾਹਰ ਬੁਪਰੀਨੋਰਫਿਨ, ਜਿਹਨੂੰ ਨੋਰਫਿਨ ਕਹਿੰਦੇ ਆ, ਉਹਨਾਂ ਦੀ ਟੇਬਲੇਟਸ ਦਿੰਦੇ ਹਨ। ਉਹਨਾਂ ਦੇ ਇੰਜੈਕਸ਼ਨ ਤਾਂ ਇੱਧਰ ਹੀ ਮਿਲਦੇ ਹਨ, ਪਰ ਟੇਬਲੇਟਸ ਆਮ ਤੌਰ 'ਤੇ ਰਿਪਲੇਸਮੈਂਟ ਲਈ ਦਿੱਤੀਆਂ ਜਾਂਦੀਆਂ ਹਨ ਔਰ ਹੌਲੀ ਹੌਲੀ ਟੇਬਲੇਟਸ ਨੂੰ ਘਟਾ ਦਿੱਤਾ ਜਾਂਦਾ ਹੈ, ਪਰ ਫਿਰ ਵੀ ਉਹਨਾਂ ਨਸ਼ਿਆਂ ਤੋਂ ਰਹਿਤ ਨਹੀਂ ਹੋ ਸਕਦੇ। ਉਹ ਬੁਪਰੀਨੋਰਫਿਨ ਦੇ ਨਸ਼ੇ 'ਚ ਪੈ ਜਾਂਦੇ ਹਨ ਜਾਂ ਵਾਪਸ ਉਸੇ ਹੀ ਨਸ਼ੇ ਵਿੱਚ ਚਲੇ ਜਾਂਦੇ ਹਨ। ਸਾਡੇ ਕੋਲ ਇੱਕ ਲੇਟੈਸਟ ਟੈਕਨੀਕ ਆਈ ਹੈ ਜਿਸ ਨੂੰ ਅਸੀਂ ANR ਕਹਿੰਦੇ ਹਾਂ। ਉਸ ਦੇ ਵਿੱਚ ਅਸੀਂ ਮਰੀਜ਼ ਦੀ ਪੂਰੀ ਹਿਸਟਰੀ ਲੈ ਕੇ, ਉਸ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ, ਕੀ ਨਸ਼ਾ ਕਰਦਾ, ਉਸ ਦੇ ਸਾਰੇ ਫਿਜ਼ੀਕਲ ਟੈਸਟ ਕਰਦੇ ਹਨ। ਉਸ ਦਾ ਖੂਨ ਟੈਸਟ ਕੀਤਾ ਜਾਂਦਾ ਹੈ, ਛਾਤੀ ਦਾ ਐਕਸਰੇ ਕੀਤਾ ਜਾਂਦਾ ਹੈ, ਦਿਲ ਦਾ ECG ਕੀਤਾ ਜਾਂਦਾ ਹੈ ਔਰ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਅਗਰ ਉਹ ਫਿਜ਼ੀਕਲੀ ਫਿੱਟ ਹੈ, ਉਸ ਨੂੰ ਅਸੀਂ ਇਲਾਜ ਲਈ ਲੈਂਦੇ ਹਾਂ। ਉਸ ਨੂੰ ICU ਦੇ ਵਿੱਚ ਲਿਜਾ ਕੇ ਮੋਨੀਟਰ ਕਰਕੇ, ਹਾਰਟ ਦਾ ਚੈੱਕਅਪ ਕਰਕੇ, ਸਾਰਾ ਕੁਝ ਕਰਕੇ, ਅਸੀਂ ਹੌਲੀ ਹੌਲੀ ਉਸ ਨੂੰ ਬੇਹੋਸ਼ ਕਰਕੇ ਤੇ ਉਸ ਦੇ ਵਿੱਚ ਅੰਦਰ ਇੱਕ ਦਵਾਈ ਪਾਉਂਦੇ ਹਾਂ, ਜਿਸ ਦੇ ਨਾਲ ਸਡਨ ਤੋੜ ਪੈਦਾ ਹੁੰਦੀ ਹੈ ਔਰ ਉਹ ਤੋੜ ਬੇਹੋਸ਼ੀ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਜਦੋਂ ਬੇਹੋਸ਼ੀ ਦੇ ਵਿੱਚ ਤੋੜ ਖਤਮ ਹੋ ਜਾਂਦੀ ਹੈ, ਉਸ ਨੂੰ ਥੋੜ੍ਹੀ ਬਹੁਤੀ ਤਕਲੀਫ ਜਿਹੜੀ ਰਹਿ ਜਾਂਦੀ ਹੈ, ਉਹ ਆਉਣ ਵਾਲੇ 3-4 ਘੰਟਿਆਂ ਵਿੱਚ ਹੀ ਖਤਮ ਹੋ ਜਾਂਦੀ ਹੈ।
ਉਸ ਤੋਂ ਬਾਅਦ ਉਸ ਨੂੰ ਇੱਕ ਲਗਾਤਾਰ ਇੱਕ ਗੋਲੀ ਲੈਣੀ ਪੈਂਦੀ ਹੈ ਜਿਹੜੀ ਕਿ 1 ਸਾਲ ਲਈ ਅਸੀਂ ਕਹਿੰਦੇ ਹਾਂ ਲਵੇ। ਉਸ ਦੇ ਨਾਲ ਉਹ ਨਸ਼ੇ ਤੋਂ ਰਹਿਤ ਹੋ ਜਾਂਦਾ ਹੈ ਔਰ ਉਹ ਇਲਾਜ ਦੇ ਬਿਲਕੁਲ ਠੀਕ ਠਾਕ ਹੋਣ ਤੋਂ ਬਾਅਦ ਉਹ ਜਲਦੀ ਹੀ ਆਪਣੇ ਕੰਮ ਤੇ ਜਾ ਸਕਦਾ ਹੈ, ਆਪਣੀ ਡੇਲੀ ਲਾਈਫ ਬਿਤਾ ਸਕਦਾ ਔਰ ਰੂਟੀਨ ਲਾਈਫ ਤੇ ਆ ਸਕਦਾ ਹੈ। ਪਰ ਇੱਕ ਚੀਜ਼ ਇਹ ਦੇਖਣੀ ਚਾਹੀ ਹੈ, ਲੋਕੀ ਕਹਿੰਦੇ ਹਨ ਮੇਰਾ ਮਨ ਬਹੁਤ ਕਰਦਾ ਹੈ ਕਿ ਮੈਂ ਲਵਾਂ, ਪਰ ਮਨ ਨੂੰ ਡਾਕਟਰ ਨਹੀਂ ਮਾਰ ਸਕਦਾ। ਡਾਕਟਰ ਸਮਝਾ ਸਕਦਾ ਹੈ ਕਿ ਤੁਸੀਂ ਆਪਣੇ ਮਨ ਨੂੰ ਸਮਝਾਓ। ਅਗਰ ਤੁਹਾਡਾ ਪੇਟ ਭਰਿਆ ਹੈ ਤੁਸੀਂ ਰੋਟੀ ਨਹੀਂ ਖਾਓਗੇ। ਇਸੇ ਤਰ੍ਹਾਂ ਤੁਹਾਡੇ ਅੰਦਰੋਂ ਸਰੀਰਕ ਲੋੜ ਨਹੀਂ ਹੈ ਨਸ਼ਿਆਂ ਦੀ, ਪਰ ਫਿਰ ਤੁਸੀਂ ਭਟਕਦੇ ਹੋ। ਉਸ ਨੂੰ ਮਨ ਨੂੰ ਮਾਰਨਾ ਆਪਣਾ ਮਰੀਜ਼ ਦਾ ਆਪਣਾ ਕੰਮ ਹੁੰਦਾ ਹੈ। ਉਸ ਦੇ ਲਈ ਅਸੀਂ ਬਿਹੇਵੀਅਰ ਥੈਰੇਪੀ ਵੀ ਕਰਦੇ ਹਾਂ ਜਿਸ ਦੇ ਨਾਲ ਮਨ ਨੂੰ ਮਾਰਿਆ ਜਾ ਸਕਦਾ ਹੈ। ANR ਟ੍ਰੀਟਮੈਂਟ ਜਿਹੜਾ ਕਿ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਸੀ, ਇਹ ਇਲਾਜ ਕੁਝ ਹੀ ਘੰਟਿਆਂ ਦਾ ਹੈ ਜਿਸ ਦੇ ਵਿੱਚ ਮਰੀਜ਼ ਨੂੰ ਸਵੇਰੇ ICU ਵਿੱਚ ਲਿਜਾਇਆ ਜਾਂਦਾ ਹੈ। ਇਹ ਪ੍ਰੋਸੀਜਰ 3-4 ਘੰਟਿਆਂ ਦਾ ਹੁੰਦਾ ਹੈ, ਡਿਪੈਂਡਿੰਗ ਅਪੋਨ ਉਹ ਕਿੰਨੀ ਡੋਜ਼ ਲੈ ਰਿਹਾ ਹੈ, ਕਿਸ ਤਰ੍ਹਾਂ ਹੈ। ਉਹਦੇ ਬਾਅਦ ਉਹ ਸ਼ਾਮ ਨੂੰ ਬਿਲਕੁਲ ਫਿਟ ਔਰ ਫਾਈਨ ਹੁੰਦਾ ਹੈ, ਈਵਨ ਆਪਣਾ ਖਾਣਾ ਵੀ ਖਾਂਦਾ ਹੈ ਔਰ ਉੱਠ ਕੇ ਤੁਰਦਾ ਫਿਰਦਾ ਵੀ ਹੈ ਔਰ ਘੁੰਮ ਫਿਰ ਸਕਦਾ ਹੈ। ਵੇ ਘਰ ਤੋਂ ਪਹਿਲਾਂ ਹੀ ਪੜਦਾ ਤੇਰੀਆਂ ਫੀਮ ਸਮੈਕ ਤੇ ਡੋਡਿਆਂ ਨੇ ਤੂੰ ਹੁਣ ਟੀਕੇ ਵੀ ਲਾਉਣ ਲੱਗ ਪਿਆ। ਮੈਂ ਤਾਂ ਬਥੇਰੀ ਕੋਸ਼ਿਸ਼ ਕਰਦਾ ਇਹਨਾਂ ਤੋਂ ਪਿੱਛੇ ਛਡਾਉਣ ਦੀ, ਪਰ ਲੱਗਦਾ ਹੈ ਮੇਰੀ ਜਾਨ ਲੈ ਕੇ ਹਟਣਗੇ। ਜੀ ਨਹੀਂ, ਇਹ ਨਿਰਾਸ਼ਾ ਕਿਉਂ? ਸਮੈਕ ਅਫੀਮ ਕੈਪਸੂਲ ਜਾਂ ਟੀਕਿਆਂ ਤੋਂ ਹੁਣ ਤੁਹਾਨੂੰ ਮੁਕਤੀ ਦਿਵਾਏਗਾ ਤੇ ਉਹ ਵੀ ਸਿਰਫ 1 ਦਿਨ ਵਿੱਚ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡਾਕਟਰ ਸਰਬਜੀਤ ਸਿੰਘ, 309 ਨਿਊ ਜਵਾਹਰ ਨਗਰ, ਨੇੜੇ ਗੁਰੂ ਅਮਰਦਾਸ ਚੌਂਕ, ਜਲੰਧਰ 0181 2225 850।